ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੱਲ ਕਰਾਂਗੇ ਨਾਸਾ ਦੇ ਵਿਗਿਆਨੀਆਂ ਬਾਰੇ ਜਿਨ੍ਹਾਂ ਨਾਲ ਹਜ਼ੂਰ ਸਾਹਿਬ ਹੋਇਆ ਵੱਡਾ ਚਮਤਕਾਰ। ਆਓ ਲੈ ਚੱਲਦੇ ਹਾਂ ਤੁਹਾਨੂੰ ਇਸ ਵੀਡੀਓ ਵੱਲ। ਆਪਾਂ ਅਕਸਰ ਆਪਣੇ ਆਲੇ ਦੁਆਲੇ ਅਣਹੋਣੀਆਂ ਘਟਨਾਵਾਂ ਬਾਰੇ ਸੁਣਦੇ ਹੀ ਰਹਿੰਦੇ ਹਾਂ ਜਿਨ੍ਹਾਂ ਤੇ ਯਕੀਨ ਕਰਨਾ ਮੁਸ਼ਕਲ ਜਿਹਾ ਲੱਗਦਾ ਹੈ। ਜੇਕਰ ਉਹਨਾਂ ਚਮਤਕਾਰਾਂ ਦੇ ਉੱਤੇ ਖੁਦ ਵਿਗਿਆਨ ਹੀ ਮੋਹਰ ਲਗਾ ਦੇਵੇ ਤਾਂ ਆਪਾਂ ਉਸ ਨੂੰ ਅੱਖਾਂ ਬੰਦ ਕਰਕੇ ਮੰਨ ਲਵਾਂਗੇ। ਤੇ ਅਜਿਹਾ ਹੀ ਇੱਕ ਚਮਤਕਾਰ ਹਜ਼ੂਰ ਸਾਹਿਬ ਦੇ ਵਿੱਚ ਹੋਇਆ ਜਿਸ ਨੇ ਨਾਸਾ ਦੇ ਵਿਗਿਆਨੀਆਂ ਨੂੰ ਵੀ ਜੈਕਾਰੇ ਲਾਉਣ ਦੇ ਲਈ ਮਜਬੂਰ ਕਰ ਦਿੱਤਾ। ਆਪਾਂ ਅਕਸਰ ਹੀ ਹਜ਼ੂਰ ਸਾਹਿਬ ਦੇ ਬਾਰੇ ਅਨੇਕਾਂ ਹੀ ਚਮਤਕਾਰ ਸੁਣੇ ਹੋਣਗੇ ਜਿੱਥੇ ਬਹੁਤੀ ਵਾਰ ਗੁਰੂ ਦੇ ਦਰਸ਼ਨ ਦੇਣ ਦੀ ਗੱਲਾਂ ਸਾਹਮਣੇ ਆਉਂਦੀਆਂ ਨੇ। ਸੱਚਖੰਡ ਸਾਹਿਬ ਦੇ ਨਾਲ ਜੁੜੇ ਅਨੇਕਾਂ ਹੀ ਕਿਸੇ ਸਮੇਂ-ਸਮੇਂ ਤੇ ਆਉਂਦੇ ਹੀ ਰਹਿੰਦੇ ਨੇ ਕਿ ਗੁਰੂ ਸਾਹਿਬ ਦੇ ਲਈ ਰੱਖੀ ਗਈ ਦਾਤਣ ਅਤੇ ਪਾਣੀ ਸਵੇਰੇ ਦੇਖਣ ਤੇ ਵਰਤੇ ਹੋਏ ਮਿਲਦੇ ਨੇ ਤੇ ਕਦੇ ਲੰਗਰ ਸਾਹਿਬ ਦੇ ਵਿੱਚ ਅਜਿਹੇ ਟਰੱਕ ਅਨਾਜ ਦੇ ਭਰੇ ਮਿਲ ਜਾਂਦੇ ਨੇ ਜਿਨ੍ਹਾਂ ਟਰੱਕਾਂ ਨੂੰ ਕਿਸੇ ਵੀ ਕੰਪਨੀ ਨੇ ਕਦੇ ਤਿਆਰ ਤੱਕ ਨਹੀਂ ਕੀਤਾ ਹੁੰਦਾ। ਇਸ ਤਰ੍ਹਾਂ ਨਾਸਾ ਦੇ ਵਿੱਚ ਕੰਮ ਕਰਨ ਵਾਲੇ ਦੋ ਵਿਗਿਆਨੀ ਅਜਿਹੀ ਖਬਰਾਂ ਤੇ ਨਜ਼ਰ ਰੱਖੀ ਬੈਠੇ ਸੀ। ਉਹਨਾਂ ਦੋਨਾਂ ਵਿਗਿਆਨੀਆਂ ਨੇ ਇੱਕ ਭਾਰਤੀ ਵਿਗਿਆਨੀ ਨੂੰ ਨਾਲ ਲੈ ਕੇ ਹਜ਼ੂਰ ਸਾਹਿਬ ਜਾ ਕੇ ਇਹਨਾਂ ਗੱਲਾਂ ਦੇ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੁਨੀਆ ਦੇ ਬ੍ਰਹਿਮੰਡ ਦੇ ਚਮਤਕਾਰ ਬਾਰੇ ਪਤਾ ਕਰਨ ਵਾਸਤੇ ਉਹ ਵਿਗਿਆਨੀ ਜਿਨ੍ਹਾਂ ਦਾ ਨਾਮ ਮਾਰਕ ਵਿਨ ਅਤੇ ਕੋਹਲੀ ਹੈ ਤੇ ਤੀਸਰਾ ਭਾਰਤੀ ਵਿਗਿਆਨੀ ਰਾਮ ਮਿਹਰ ਦੇ ਨਾਲ ਹਜ਼ੂਰ ਸਾਹਿਬ ਪਹੁੰਚੇ। ਇੱਥੇ ਪਹੁੰਚ ਕੇ ਉਹਨਾਂ ਨੇ ਹਜ਼ੂਰ ਸਾਹਿਬ ਸੱਚਖੰਡ ਦੇ ਦੁਆਲੇ ਬਣੀਆਂ ਸਵਾਰਾਂ ਦੇ ਵਿੱਚ ਇੱਕ ਕਮਰਾ ਲਿਆ ਤੇ 2-3 ਦਿਨ ਉੱਥੇ ਹੀ ਰੁਕੇ। ਹਜ਼ੂਰ ਸਾਹਿਬ ਦੇ ਹਰੇਕ ਇਲਾਕੇ ਨੂੰ ਦੇਖਿਆ ਤੇ ਉਸ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇੱਥੋਂ ਤੱਕ ਕਿ ਉਹ ਅੰਮ੍ਰਿਤ ਵੇਲੇ ਗਾਗਰ ਦੀ ਸੇਵਾ ਦੇ ਵਿੱਚ ਵੀ ਸ਼ਾਮਲ ਹੋਏ ਤੇ ਉਸ ਅੱਖਾਂ ਤੋਂ ਹੀਣੇ ਕਰ ਬਾਰੇ ਵੀ ਸਭ ਕੁਝ ਦੇਖਿਆ। ਪਰ ਉਹਨਾਂ ਨੂੰ ਕਾਫੀ ਦਿਨਾਂ ਦੀ ਖੋਜ ਕਰਨ ਤੋਂ ਬਾਅਦ ਵੀ ਕੁਝ ਨਹੀਂ ਮਿਲਿਆ। ਜਿਹੋ ਜਿਹਾ ਉਹ ਚਾਹ ਰਹੇ ਸੀ ਉਦਾਂ ਦਾ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਆਇਆ। ਸੋ ਉਹਨਾਂ ਵਿਗਿਆਨੀਆਂ ਨੇ 2 ਦਿਨ ਬਾਅਦ ਹਜ਼ੂਰ ਸਾਹਿਬ ਤੋਂ ਵਾਪਸ ਚਲੇ ਜਾਣਾ ਸੀ। ਸੋ ਇੱਕ ਦਿਨ ਘੁੰਮਦੇ ਘਮਾਉਂਦੇ ਉਹਨਾਂ ਵਿਗਿਆਨੀਆਂ ਦੇ ਵਿੱਚੋਂ ਇੱਕ ਵਿਗਿਆਨੀ ਜਿਸ ਦਾ ਨਾਮ ਮਾਰਕ ਵਿਨ ਸੀ ਅਚਾਨਕ ਕਿਤੇ ਗਾਇਬ ਹੋ ਗਿਆ। ਕੁਝ ਸਮਾਂ ਉਸ ਦੇ ਸਾਥੀਆਂ ਨੂੰ ਨੋਰਮਲ ਜਿਹਾ ਲੱਗਿਆ ਕਿ ਕਿਤੇ ਬਾਜ਼ਾਰ ਚਲਿਆ ਗਿਆ ਹੋਵੇਗਾ। ਪਰ ਕਾਫੀ ਸਮੇਂ ਹੋਣ ਤੋਂ ਬਾਅਦ ਵੀ ਜਦੋਂ ਉਹ ਵਾਪਸ ਨਾ ਆਇਆ ਤੇ ਨਾ ਹੀ ਉਸ ਦਾ ਕੋਈ ਫੋਨ ਲੱਗਿਆ ਤਾਂ ਉਸ ਦੇ ਸਾਥੀਆਂ ਨੂੰ ਪਰੇਸ਼ਾਨੀ ਹੋਣ ਲੱਗੀ। ਹੁਣ ਮਾਰਕ ਨੂੰ ਗਾਇਬ ਹੋਏ 12 ਘੰਟਿਆਂ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਗੁਰਦੁਆਰਾ ਕਮੇਟੀ ਨੂੰ ਇਨਫੋਰਮ ਕੀਤਾ ਕਿ ਸਾਡਾ ਇੱਕ ਸਾਥੀ ਗਾਇਬ ਹੋ ਚੁੱਕਿਆ ਹੈ ਤੇ ਜਿਸ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ। ਪਰ ਉਹ ਪੂਰੀ ਰਾਤ ਮਾਰਕ ਵਿਨ ਕਿਤੇ ਵੀ ਨਹੀਂ ਮਿਲਿਆ ਤੇ ਇਸੇ ਤਰ੍ਹਾਂ ਹੀ ਅਗਲੇ ਦਿਨ ਉਹ ਪੁਲਿਸ ਨੂੰ ਵੀ ਇਨਫੋਰਮ ਕੀਤਾ ਜਾਂਦਾ ਹੈ ਤੇ ਅਗਲੇ ਦਿਨ ਵੀ ਮਾਰਕ ਨੂੰ ਖੋਜਿਆ ਗਿਆ। ਪਰ 2 ਦਿਨਾਂ ਤੱਕ ਮਾਰਕ ਕਿਤੇ ਵੀ ਨਹੀਂ ਮਿਲਿਆ ਤੇ ਤੀਸਰੇ ਦਿਨ ਸਵੇਰੇ ਕਿਸੇ ਨੇ ਖਬਰ ਦਿੱਤੀ ਕਿ ਮਾਰਕ ਲੰਗਰ ਸਾਹਿਬ ਤੋਂ ਅੱਗੇ ਨਦੀ ਦੇ ਨਾਲ ਲੱਗਦੇ ਜੰਗਲਾਂ ਦੇ ਵਿੱਚ ਬੈਠਿਆ ਹੋਇਆ ਹੈ। ਜਦੋਂ ਉਹ ਜੰਗਲ ਵਾਲੀ ਜਗ੍ਹਾ ਤੇ ਪਹੁੰਚੇ ਤੇ ਜਾ ਕੇ ਦੇਖਿਆ ਮਾਰਕ ਉੱਥੇ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਆਰਾਮ ਦੇ ਨਾਲ ਬੈਠਿਆ ਹੋਇਆ ਸੀ। ਜਦੋਂ ਕੋਹਲੀ ਨੇ ਉਸ ਨੂੰ ਜਾ ਕੇ ਹਿਲਾਇਆ ਤਾਂ ਉਹ ਇੱਕਦਮ ਡਰ ਕੇ ਉੱਠਿਆ ਤੇ ਉਸ ਦਾ ਸਾਥੀ ਕੋਹਲੀ ਉਸ ਨੂੰ ਗੁੱਸੇ ਦੇ ਵਿੱਚ ਕਹਿਣ ਲੱਗਿਆ ਕਿ ਤੂੰ ਬਿਨਾਂ ਦੱਸੇ ਕਿੱਥੇ ਚਲਾ ਗਿਆ ਸੀ। ਆਪਾਂ ਸਾਰੇ ਪਰੇਸ਼ਾਨ ਹੋ ਰਹੇ ਸੀ ਪਰ ਮਾਰਕ ਨੇ ਇਸ ਤਰ੍ਹਾਂ ਬਿਹੇਵ ਕੀਤਾ ਕਿ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮਾਰਕ ਵਿਨ ਨੇ ਕਿਹਾ ਕਿ ਮੈਂ ਗਿਆ ਕਿੱਥੇ ਸੀ? ਹੁਣ ਅੱਧੇ ਘੰਟਾ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਹੋ ਕੇ ਗਿਆ ਹਾਂ। ਕੋਹਲੀ ਨੇ ਕਿਹਾ ਕਿ ਮਾਰਕ ਤੂੰ ਪਿਛਲੇ 2 ਦਿਨਾਂ ਤੋਂ ਗਾਇਬ ਹੈ ਅਤੇ ਤੇਰੀ ਭਾਲ ਚੱਲ ਰਹੀ ਸੀ। ਉਸ ਦੀ ਇਹ ਗੱਲ ਸੁਣ ਕੇ ਮਾਰਕ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਿਆ ਕਿ ਇੰਜ ਕਿਵੇਂ ਹੋ ਸਕਦਾ ਹੈ? ਪਿਛਲੇ 2 ਦਿਨਾਂ ਤੋਂ ਮੈਂ ਇਸ ਜੰਗਲ ਦੇ ਵਿੱਚ ਬੈਠਾ ਹਾਂ, ਇਹ ਕਿਵੇਂ ਹੋ ਸਕਦਾ ਹੈ? ਰਾਮ ਮਿਹਰ ਨੇ ਪੁੱਛਿਆ ਕਿ ਤੁਸੀਂ ਐਵੇਂ ਜੰਗਲਾਂ ਦੇ ਵਿੱਚ ਕਿਵੇਂ ਪਹੁੰਚੇ? ਮਾਰਕ ਨੇ ਦੱਸਿਆ ਕਿ ਮੈਂ ਬਾਜ਼ਾਰ ਦੇ ਵਿੱਚ ਕੁਝ ਖਰੀਦਣ ਦੇ ਲਈ ਆਇਆ ਸੀ ਤੇ ਇੱਕ ਆਦਮੀ ਦੇ ਕੋਲੋਂ ਮੈਂ ਇੱਥੇ ਦੇ ਕੋਤਕਾਂ ਬਾਰੇ ਪੁੱਛਗਿੱਛ ਕਰਨ ਲੱਗਿਆ ਤੇ ਉਸ ਆਦਮੀ ਨੇ ਮੈਨੂੰ ਇੱਕ ਕਮਰੇ ਦੇ ਵੱਲ ਇਸ਼ਾਰਾ ਕਰਕੇ ਭੇਜ ਦਿੱਤਾ। ਜਦੋਂ ਮੈਂ ਉਸ ਕਮਰੇ ਦੇ ਵਿੱਚ ਗਿਆ ਤੇ ਕਮਰਾ ਖੋਲਦੇ ਸਾਰ ਹੀ ਇੱਕ ਰੋਸ਼ਨੀ ਨੇ ਮੈਨੂੰ ਅੰਨਾ ਜਿਹਾ ਕਰ ਦਿੱਤਾ ਤੇ ਜਦੋਂ ਮੈਂ ਉਸ ਕਮਰੇ ਦੇ ਵਿੱਚ ਵੜਿਆ ਤੇ ਸਾਰੇ ਪਾਸੇ ਸੋਨਾ ਹੀ ਸੋਨਾ
ਹੌਲੀ ਹੌਲੀ ਜਿਵੇਂ ਜਿਵੇਂ ਮੈਂ ਉਸ ਕਮਰੇ ਦੀ ਗਹਿਰਾਈ ਦੇ ਵਿੱਚ ਜਾਂਦਾ ਰਿਹਾ ਤਾਂ ਮੈਂ ਉੱਥੇ ਜਾ ਕੇ ਮੈਨੂੰ ਬਹੁਤ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਮਿਲਿਆ। ਮਾਰਕ ਨੇ ਕਿਹਾ ਕਿ ਜਿਨ੍ਹਾਂ ਗੁਰਦੁਆਰੇ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਉਸ ਤੋਂ ਵੀ ਵੱਡਾ ਪ੍ਰਕਾਸ਼ ਉੱਥੇ ਕੀਤਾ ਗਿਆ ਸੀ ਤੇ ਬਹੁਤ ਸਾਰੇ ਲੋਕ ਅੱਖਾਂ ਬੰਦ ਕਰੀ ਉਸ ਦੇ ਸਾਹਮਣੇ ਬੈਠੇ ਹੋਏ ਸੀ। ਅਜਿਹਾ ਕੁਝ ਦੇਖ ਕੇ ਮੈਂ ਬਹੁਤ ਹੈਰਾਨ ਹੋ ਗਿਆ। ਬਾਅਦ ਦੇ ਵਿੱਚ ਉੱਥੇ ਮੇਰੇ ਦਿਲ ਨੂੰ ਸਕੂਨ ਦੇਣ ਵਾਲੀ ਇੱਕ ਧੁਨ ਸੁਣਾਈ ਦਿੱਤੀ। ਉਹ ਧੁਨ ਇੰਨੀ ਮਨ ਨੂੰ ਸਕੂਨ ਦੇਣ ਵਾਲੀ ਸੀ ਕਿ ਮੈਂ ਉੱਥੇ ਹੀ ਜਗ੍ਹਾ ਦੇਖ ਕੇ ਬੈਠ ਗਿਆ ਤੇ ਉਸ ਧੁਨ ਦੇ ਵਿੱਚ ਲੀਨ ਹੋ ਗਿਆ। ਮੈਂ ਉਸ ਧੁਨ ਦੇ ਵਿੱਚ ਲੀਨ ਹੋਇਆ ਹੀ ਸੀ ਕਿ ਤੁਸੀਂ ਮੈਨੂੰ ਉੱਥੇ ਆ ਕੇ ਉਠਾ ਦਿੱਤਾ। ਮਾਰਕ ਦੀਆਂ ਗੱਲਾਂ ਉੱਥੇ ਖੜੇ ਹਰ ਇੱਕ ਵਿਅਕਤੀ ਨੂੰ ਹੈਰਾਨ ਕਰ ਰਹੀਆਂ ਸੀ। ਰਾਮ ਮਿਹਰ ਕਹਿਣ ਲੱਗਿਆ ਕਿ ਤੂੰ ਪੱਕਾ ਇੱਥੇ ਬੇਹੋਸ਼ ਹੋ ਕੇ ਡਿੱਗ ਗਿਆ ਸੀ ਕਿ ਜਿਸ ਤੋਂ ਬਾਅਦ ਤੈਨੂੰ ਅਜਿਹਾ ਸੁਪਨਾ ਆਇਆ ਹੋਵੇਗਾ। ਮਾਰਕ ਨੇ ਝੱਟ ਹੀ ਕਿਹਾ ਕਿ ਰਾਮ ਮਿਹਰ, ਤੇਰੀ ਮਾਂ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਬੈਠੀ ਹੋਈ ਸੀ। ਮਿਹਰ ਨੇ ਕਿਹਾ ਕਿ ਮੇਰੀ ਮਾਂ ਤਾਂ ਕੋਈ ਵੀ ਸਿੱਖੀ ਧਰਮ ਨਾਲ ਸੰਬੰਧ ਨਹੀਂ ਰੱਖਦੀ, ਨਾਲੇ ਉਹ ਤਾਂ ਇਸ ਸਮੇਂ ਅਮਰੀਕਾ ਦੇ ਵਿੱਚ ਹੈ। ਗੱਲ ਖਤਮ ਕਰਕੇ ਉਹ ਵਾਪਿਸ ਆਪਣੇ ਕਮਰੇ ਦੇ ਵਿੱਚ ਆ ਗਏ। 2 ਘੰਟਿਆਂ ਬਾਅਦ ਰਾਮ ਮਿਹਰ ਨੂੰ ਫੋਨ ਆਇਆ। ਉਸ ਨੂੰ ਖਬਰ ਮਿਲੀ ਕਿ ਪਿਛਲੇ ਹੀ ਰਾਤ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਤੇ ਇਸ ਖਬਰ ਨੇ ਤਿੰਨੇ ਵਿਗਿਆਨੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ। ਹੁਣ ਤੱਕ ਉਹ ਤਿੰਨੋਂ ਵਿਗਿਆਨਿਕ ਬਹੁਤ ਕੁਝ ਸਮਝ ਚੁੱਕੇ ਸੀ। ਅਗਲੇ ਦਿਨ ਹੀ ਉਹ ਵਾਪਿਸ ਆ ਗਏ ਤੇ ਆਖਿਰ ਹਜੂਰ ਸਾਹਿਬ ਦੇ ਚਮਤਕਾਰਾਂ ਨੂੰ ਨਾ ਚਾਹੁੰਦੇ ਹੋਏ ਵੀ ਮੰਨਣਾ ਪਿਆ। ਹੁਣ ਉਹਨਾਂ ਤਿੰਨੋਂ ਵਿਗਿਆਨੀਕ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਮਾਰਕ ਵੇਨ ਦਾ ਕਹਿਣਾ ਹੈ ਕਿ ਹਲੇ ਤੱਕ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 30 ਅੰਗਾਂ ਦਾ ਅਭਿਆਸ ਕੀਤਾ ਹੈ ਤੇ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਵਾਹਿਗੁਰੂ ਨਾਮ ਧੁਨ ਹੀ ਹੈ। ਉਹੀ ਸੱਚ ਹੈ ਤੇ ਉਹੀ ਚਮਤਕਾਰ ਹੈ ਤੇ ਉਸ ਦੇ ਵਿੱਚ ਹੀ ਸਾਰੀ ਸਾਇੰਸ ਛੁਪੀ ਹੋਈ ਹੈ। ਉਸ ਦਿਨ ਜੋ ਹਜੂਰ ਸਾਹਿਬ ਦੇ ਵਿੱਚ ਹੋਇਆ ਉਹ ਕੋਈ ਸੁਪਨਾ ਨਹੀਂ ਸੀ ਤੇ ਨਾ ਹੀ ਕੋਈ ਚਮਤਕਾਰ। ਸਿਰਫ ਪਰਮਾਤਮਾ ਨੇ ਮੈਨੂੰ ਮੇਰਾ ਅੰਦਰ ਦਿਖਾਇਆ ਸੀ, ਜੋ ਕਿ ਅੰਦਰ ਦੀ ਧੁਨ ਸਾਨੂੰ ਪਰਮਾਤਮਾ ਦੇ ਨਾਲ ਮਿਲਾਉਂਦੀ ਹੈ। ਪਰਮਾਤਮਾ ਤੇ ਚਮਤਕਾਰ ਬਾਹਰ ਨਹੀਂ ਸਗੋਂ ਸਾਡੇ ਹੀ ਅੰਦਰ ਨੇ। ਗੁਰੂ ਸਾਹਿਬ ਨੇ ਸਾਨੂੰ ਉਸ ਦਿਨ ਉਹ ਦਿਖਾਇਆ ਸੀ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।